कई सालों से काबिज जमीनें असल मालकान को वापस होने लगी। 2.5 किले आंदी सानू चौं भैणां भरा सानू कब्जा नहीं सन दिंदे। ਜ਼ਮੀਨ ਕਬਜ਼ੇ ਹੇਠ ਤੇ ਉਹ ਨਹੀਂ ਛੱਡਦੇ ਪਏ। ससुराल वाले मेरी जमीन ते कब्जा कीता सी। ट्रैक्टर वाले ते भी हमला किया, भ्रष्ट मारे ने, कब्जा नहीं मिला। फैसला मेरे हक ही देता। डिप्टी कमिश्नर ननकाना के ऑफिस में इस वक्त मैं मौजूद हूँ और यहाँ पर कब्जा ग्रुप माफिया के खिलाफ उनको लगाम डालने के लिए यहाँ पर अदालत लगाई गई है। 3 बहनें यहाँ पर आई हैं और उनका भी यही केस था कि उनकी ज़मीन पर कब्जा था। डिप्टी कमिश्नर को उन्होंने दरखास्त दी है। माँ जी कितनी ज़मीन सी थोड़ी? साडी 2.5 किले आंदी सानू चौं भैणां ਜਿਹਦੇ ਸਾਡੇ ਭਰਾ ਸਾਨੂੰ ਕਬਜ਼ਾ ਨਹੀਂ ਸਨ ਦਿੰਦੇ। कदों का कब्जा सी? 12 ਸਾਲ ਹੋ ਗਏ ਸੀ। ਇਸ ਤੋਂ ਪਹਿਲੇ ਤੁਸੀਂ ਕਿਹਨੂੰ ਐਪਲੀਕੇਸ਼ਨ ਦਿੱਤੀ ਸੀ? ਬੜੀਆਂ ਥਾਵਾਂ ਤੇ ਦਿੱਤੀ, ਥਾਣੇ ਵੀ ਜਾਂਦੇ ਰਹੇ, ਜਿੱਥੇ ਪਟਵਾਰੀਆਂ ਕੋਲ, ਵਕੀਲਾਂ ਕੋਲ, ਹਰ ਜਗ੍ਹਾ ਤੇ ਜਾਂਦੇ ਰਹੇ। ਕੋਈ ਸੁਣਵਾਈ ਨਹੀਂ ਸੀ। ਕਹਿੰਦੇ ਸੀ ਜੇ ਲਿਆਓ ਕਾਗਜ਼ ਲਿਆਓ ਹੈਗੇ ਜੇ ਤੇ ਲੈ ਲਓ। ਭਰਾ ਕਹਿੰਦੇ 12 ਸਾਲਾਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਨੂੰ ਜ਼ਮੀਨ ਮਿਲੇ, ਨਹੀਂ ਮਿਲੀ ਸੀ? ਨਹੀਂ ਮਿਲੀ ਸੀ। ਉਮੀਦ ਸੀ ਕਿ ਤੁਹਾਨੂੰ ਇਨਸਾਫ ਮਿਲੇਗਾ? ਹਾਂਜੀ ਉਮੀਦ ਹੁੰਦੀ ਤੇ ਦੁਨੀਆ ਤੇ ਉਮੀਦ ਕਾਇਮ ਤੇ ਦੁਨੀਆ। ਅਸੀਂ ਆਪਣਾ ਹੱਕ ਲਿਆ ਸੀ, ਆਪਣੇ ਪਿਓ ਦਾ ਹੀ ਵਿਰਾਸਤ ਲੈਣੀ ਸੀ, ਭਰਾਵਾਂ ਦੀ ਨਹੀਂ ਸੀ ਲੈਣੀ। ਪਰ ਇਹ ਪਰੇਸ਼ਾਨੀਆਂ ਵੇਖਣ ਨੂੰ ਮਿਲੀਆਂ? ਬਹੁਤ ਪਰੇਸ਼ਾਨੀਆਂ ਮਿਲੀਆਂ ਨੇ ਸਾਨੂੰ ਵੇਖਣ। ਤੁਹਾਡੀ ਕਿਉਂ ਨਾ ਸੁਣਵਾਈ ਹੋਈ? ਵਜ੍ਹਾ ਕੀ ਬਣੀ? ਬਸ ਨਹੀਂ, ਰਿਸ਼ਵਤ ਪੈਸਾ ਦੇ ਆਉਂਦੇ ਸੀ, ਜਾ ਕੇ ਸਾਡੇ ਕਾਗਜ਼ ਫਾਈਲ ਨੂੰ ਪਾਉਂਦੇ ਸੀ। ਅੱਛਾ, ਪਟਵਾਰੀ ਕੋਲ ਜਾਂਦੇ ਸੀ ਨਾ ਤੇ ਜਾ ਕੇ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਤੇ ਫਾਈਲ ਨੱਪੀ ਜਾਂਦੀ ਸੀ। ਡਿਪਟੀ ਕਮਿਸ਼ਨਰ ਨੂੰ ਤੁਸੀਂ ਐਪਲੀਕੇਸ਼ਨ ਦਿੱਤੀ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਸਾਡੇ ਹੱਕ ਵਿੱਚ ਫੈਸਲਾ ਕਰ ਦਿੱਤਾ। ਕਿੰਨੇ ਦਿਨ ਲੱਗੇ ਨੇ? ਸੁਬਾਹ ਆਉਂਦੇ ਨਹੀਂ ਹੋ ਜਾਏਗਾ, ਸੁਬਾਹ ਸਾਨੂੰ ਕਬਜ਼ਾ ਮਿਲ ਜਾਏਗਾ। ਜਦੋਂ ਦਰਖਾਸਤ ਦਿੱਤੀ ਅੱਜ ਤੁਹਾਡੇ ਆ ਕੇ ਫੈਸਲਾ ਹੋਇਆ ਹੈ, ਇਹ ਦੁਰਾਨੀਆਂ ਕਿੰਨੇ ਦਿਨਾਂ ਦਾ ਸੀ? ਮਤਲਬ ਕਿੰਨੇ ਦਿਨ? ਸਾਨੂੰ ਰਾਤੀ ਤਲਾਕ ਮਿਲੀ। ਉਹ ਮਹੀਨਾ ਕੋ ਹੋ ਗਿਆ ਸਾਨੂੰ, ਅਸੀਂ ਦਿੱਤੇ ਸੀ ਤੇ ਐਪਲੀਕੇਸ਼ਨ ਦਿੱਤੀ ਸੀ। ਤੁਹਾਡਾ ਨੰਬਰ ਹੋਣਾ ਆਇਆ ਸੀ? ਹਾਂ ਨੰਬਰ ਹੋਣਾ ਆਇਆ। ਅੱਛਾ, ਅੰਦਰ ਫਿਰ ਉਹਨਾਂ ਕੀ ਤੁਹਾਡੇ ਕੋਲ ਪੁੱਛਿਆ? ਦੂਜੀ ਪਾਰਟੀ ਵੀ ਸੀ? ਹਾਂਜੀ ਦੂਜੀ ਪਾਰਟੀ ਵਿੱਚ। ਕੀ ਸਵਾਲਾਤ ਹੋਏ ਫਿਰ? ਸਾਡੇ ਨਾਲ ਕੋਈ ਇੰਨੇ ਨਾਲ ਸਵਾਲਾਤ ਨਹੀਂ ਕੀਤੇ। ਉਹਨਾਂ ਨੇ ਕਿਹਾ ਇਹਨਾਂ ਦਾ ਫੈਸਲਾ। ਕੀ ਕਹਿਣਾ ਚਾਹੋਗੇ ਸਵਾਲ ਇਹਨਾਂ? ਸ਼ੁਕਰੀਆ ਅਦਾ ਕਰਨੇ ਨੂੰ ਨਮਾਜ਼ ਸਾਹਿਬਾ ਦਾ। ਕੀ ਕੇਸ ਸੀ ਤੁਹਾਡਾ? ਮੇਰਾ ਕੇਸ ਜ਼ਮੀਨ ਦਾ ਸੀਗਾ। ਮੈਂ ਬਾਹਰ ਰਹਿ ਰਿਹਾ ਸੀਗਾ। ਮੇਰੀ ਇੱਕ ਜ਼ਮੀਨ ਮੈਂ ਖਰੀਦੀ ਹੈ ਤੇ ਮੁਖਾਲਫ ਪਾਰਟੀ ਨੇ ਕਬਜ਼ਾ। ਕਿੱਥੇ ਰਹਿ ਰਹੇ ਸੀ? ਸਾਊਦੀ ਅਰਬ। 12 ਚ ਮੈਂ ਜ਼ਮੀਨ ਖਰੀਦੀ ਸੀ। 2012 ਚ ਖਰੀਦੀ? ਹਾਂਜੀ। ਉਸ ਤੋਂ ਬਾਅਦ ਇਹ ਮਜਾਰਾ ਸੀ ਤੇ ਮਜਾਰੇ ਨੇ। ਕਿੰਨੀ ਜ਼ਮੀਨ ਸੀ ਤੁਹਾਡੀ? ਇਹ 2.5 ਕਿੱਲੇ। 2.5 ਕਿੱਲੇ। 2 ਏਕੜ ਤੇ 10 ਮਰਲਾ। ਅੱਛਾ। ਹਾਂਜੀ। ਫਿਰ 2.5 ਕਨਾਲ। ਤੇ ਫਿਰ ਮੇਰਾ ਕੇਸ ਚੱਲਦਾ ਰਿਹਾ ਅਦਾਲਤ 'ਤੇ। ਇਹ ਜਿਹੜਾ ਮੈਂ ਆਪਣਾ ਹੁਣ ਮਰੀਮ ਨਵਾਜ਼ ਸਾਹਿਬਾ ਨੇ ਨਿਆਂ ਕਾਨੂੰਨ ਨਾਫਜ਼ ਕੀਤਾ, ਉਹਦੇ ਵਿੱਚ ਆ ਕੇ ਮੈਂ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ ਆ। ਉਹਨਾਂ ਨੇ ਮੇਰਾ 1 ਹਫ਼ਤੇ 'ਚ ਫੈਸਲਾ ਦੇਤਾ। ਪਹਿਲੇ ਕੇਸ ਤੁਹਾਡਾ ਚੱਲ ਰਿਹਾ ਸੀ, ਉਹ ਕਿੰਨੇ ਅਰਸੇ ਤੋਂ ਚੱਲ ਰਿਹਾ ਸੀ? ਉਹ ਸ਼ੁਰੂ ਤੋਂ ਹੀ ਜਦੋਂ ਦਾ ਉਹ ਕੋਈ ਨਾ ਕੋਈ ਝੂਠਾ ਕੇਸ ਦਾਇਰ ਕਰ ਦਿੰਦਾ ਮੇਰੇ ਖਿਲਾਫ, ਮੈਂ ਅਦਾਲਤ 'ਚ ਉਹਦਾ ਸਾਹਮਣਾ ਕਰਦਾ ਰਹਿਣਾ। ਇਸ ਤੋਂ ਪਹਿਲੇ ਅਸੀਂ 17 ਦੇ ਵਿੱਚ ਕਬਜ਼ਾ ਲਿਆ ਸੀਗਾ ਇਸ ਜ਼ਮੀਨ ਦਾ। ਕਿੰਨੇ ਲਿਖ ਦਿੱਤਾ ਸੀ? ਇਹ ਆਪਣਾ ਏਸੀ ਸਾਹਿਬਾ ਨੇ ਔਰ ਡੀਸੀ ਸਾਹਿਬਾ ਨੇ 2017। ਇਹਨਾਂ ਨੇ ਫਿਰ ਜ਼ਬਰਦਸਤੀ ਕਬਜ਼ਾ ਖੋਹ ਲਿਆ। ਕਬਜ਼ਾ ਮਿਲ ਗਿਆ ਜਾਂ ਨਹੀਂ ਮਿਲਿਆ? ਨਹੀਂ, ਉਹ ਸਵੇਰ ਦੇਣਗੇ, ਹੁਣ ਕਹਿੰਦੇ ਤੇ ਨਾਲ ਰਾਬਤਾ ਕਰਾਂਗੇ, ਲੇਕਿਨ ਉਹਨਾਂ ਨੇ ਫੈਸਲਾ ਮੇਰੇ ਹੱਕ 'ਚ ਦੇ ਦਿੱਤਾ। ਪਰੇਸ਼ਾਨੀ ਮੁਤਮਿਨ ਹੋ ਤੁਸੀਂ ਇਸ ਫੈਸਲੇ ਤੇ? ਹਾਂਜੀ ਮੁਤਮਿਨ ਹੀ ਆ। ਦੇਖੋ ਉਮੀਦ ਤਾਂ ਹੈ। ਕੀ ਮਸਲਾ ਸੀ ਕਿ ਅੱਜ ਤੁਸੀਂ ਕਚਹਿਰੀ 'ਚ ਆਏ ਹੋ? ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਸਾਇਲੀਨ ਦੇ ਮਸਾਇਲ ਸੁਣ ਰਹੇ ਨੇ। ਮੇਰੀ ਜ਼ਮੀਨ ਹੈ 12 ਸਾਲਾਂ ਤੋਂ, ਅੱਛਾ, ਜਿਹੜੀ ਉਹ ਕਬਜ਼ੇ ਹੇਠ ਤੇ ਉਹ ਨਹੀਂ ਛੱਡਦੇ ਪਏ। ਕਿੰਨੀ ਜ਼ਮੀਨ ਸੀ? 22 ਕਨਾਲ। ਹੁਣ ਮੈਂ ਡੀਸੀ ਨਨਕਾਣਾ ਕੋਲ ਆਇਆ, ਦਰਖਾਸਤ ਦਿੱਤੀ। ਕਦੋਂ ਦਿੱਤੀ ਸੀ? ਅੱਜ ਕੋ 8 ਦਿਨ ਹੋ ਗਏ। 8 ਦਿਨ ਹੋ ਗਏ। ਹਾਂ। ਅੱਛਾ, ਫਿਰ ਹੁਣ ਤੁਹਾਡਾ ਨਾ ਮਸਲਾ ਸੁਣਿਆ ਅੰਦਰ? ਸੁਣਿਆ ਉਹਨਾਂ ਜੀ, ਉਹ ਫੈਸਲਾ ਮੇਰੇ ਹੱਕ 'ਚ ਕੀਤਾ। ਦੋਵੇਂ ਪਾਰਟੀਆਂ ਸੀ? ਦੋਵੇਂ ਪਾਰਟੀਆਂ। ਅੱਛਾ, ਫੈਸਲਾ ਹੱਕ 'ਚ ਕੀਤਾ ਵੀ 24 ਘੰਟਿਆਂ 'ਚ ਅਸੀਂ ਕਬਜ਼ਾ ਦਿੰਦੇ ਹਾਂ। ਇਸ ਤੋਂ ਪਹਿਲੇ ਤੁਸੀਂ ਕੋਈ ਦਰਖਾਸਤ ਕਿਸੇ ਮਹਿਕਮੇ 'ਚ ਨਹੀਂ ਦਿੱਤੀ ਸੀ ਜਦੋਂ ਤੁਹਾਡਾ ਜੋ ਕਬਜ਼ਾ ਇਨੇ ਅਰਸੇ ਤੋਂ? ਪਿੰਡ ਦੇ ਬੰਦੇ ਇਕੱਲੇ ਨੇ, ਉਂਝ ਗੱਲ ਹੈ ਵੀ ਕਚਹਿਰੀਆਂ 'ਚ ਜਾ ਕੇ ਧਿਆਨ ਦੇ ਰਹੇ ਹਾਂ, ਸਾਡੀ ਸੁਣੀ ਜੀ ਕਿਤਿਓਂ ਨਹੀਂ। ਅੱਛਾ, ਤੁਸੀਂ ਇਹਨਾਂ ਦੇ ਫੈਸਲੇ ਤੇ ਮੁਤਮਿਨ ਹੋ ਕਿ ਤੁਹਾਡੇ? ਅਸੀਂ ਸ਼ੁਕਰਗੁਜ਼ਾਰ ਹਾਂ। ਉਮੀਦ ਸੀ ਵੈਸੇ ਤੁਹਾਨੂੰ ਕਿ ਤੁਹਾਨੂੰ ਕਬਜ਼ਾ ਜਿਹੜਾ ਤੁਹਾਡਾ ਹੱਕ ਹੈ ਤੁਹਾਨੂੰ ਮਿਲੇਗਾ? ਇਹ ਸਾਡੇ ਜ਼ਿਹਨ 'ਚ ਆਈ ਵੀ ਹੈ ਸਾਡੀ, ਤੇ ਉਂਝ ਸਾਨੂੰ ਮਿਲਦੀ ਨਾ। एक साहिल मेरे साथ मौजूद हैं जो मुबैना तौर पर ये इल्ज़ाम लगा रहे हैं कि इनका फ़ैसला जो है, इनका केस जो है, डिप्टी कमिश्नर ने इनके हक़ में उनका फ़ैसला किया। जब पुलिस के हमरा असिस्टेंट कमिश्नर सांगला के हमरा ये कब्ज़ा लेने पहुँचे वहाँ पे, तो वहाँ पे फायरिंग हुई, दूसरी पार्टी ने फायरिंग की, लेकिन इन पर ही FIR दर्ज कर दी गई। 52 कनाल मेरी रकबे 52 कब्जा। कदों दरखास्त लेके DC साहब को आए? ये दरखास्त के लिए मैं पिछले बुध दी तरीक आई जिस मैं दरखास्त दी। किन्ने किन्ने थोड़ी दरखास्त सुनी? साड़ी दरखास्त जी डिप्टी साहब सुनी, DPO साहब भी सुनी। की फैसला किया उन्होंने? उन्होंने जी फैसला किया मेरे हक में। अच्छा। भाई असी तेरी जमीन किहड़ी है वो लैके तेन देने ते तेनू
ਕੋਈ ਹੁਣ ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਅਸੀਂ ਤੇਰੇ ਕੋਲ ਅਨਕਰੀਬ ਉਹਨਾਂ ਟਾਈਮ ਦਿੱਤਾ ਜੁਮੇ ਦਾ, ਤੇ ਉਸ ਦੇ ਜੁਮੇ ਵਾਲੇ ਦੇ ਕਬਜ਼ਾ ਦੇਣ ਗਏ ਨੇ ਪਿਛਲੇ ਟਾਈਮ, ਤੇ ਉਸ ਟਾਈਮ ਤੇ ਸਾਡੇ ਉੱਤੇ ਉਹਨਾਂ ਹਮਲਾ ਕਰ ਦਿੱਤਾ ਹੈ। ਕਿੰਨਾ ਹਮਲਾ ਕਰ ਦਿੱਤਾ? ਉਹ ਦੂਜੀ ਦੁਸ਼ਮਣ ਪਾਰਟੀ ਜਿਨ੍ਹਾਂ ਦੀ ਰਕਬਾ ਵਗਦਾ ਪਿਆ ਇਹਨੇ ਕਬਜ਼ਾ ਕੀਤਾ ਹੈ? ਆ ਕਬਜ਼ਾ ਕੀਤਾ। ਪੁਲਿਸ ਨਹੀਂ ਸੀ ਉੱਥੇ? ਪੁਲਿਸ ਮੌਕਾ ਦੇ ਉੱਤੇ ਆਈ, ਸਾਡੇ ਨਾਲ ਖੜੀ, ਉਹਨਾਂ ਫਾਇਰਿੰਗ ਕੀ ਸ਼ੁਰੂ ਕੀਤੀ ਏ। ਉਸ ਵੇਲੇ ਉਹਨਾਂ ਸਾਡੇ ਟਰੈਕਟਰ ਵਾਲੇ ਤੇ ਵੀ ਹਮਲਾ ਕੀਤਾ, ਉਹਨੂੰ ਵੀ ਰੋੜੇ ਮਾਰੇ ਨੇ, ਉਹਨਾਂ ਬਰਸਟ ਮਾਰੇ ਨੇ ਪਿੱਛਾ, 2 ਪੈਲੀਆਂ ਤੇ ਪਿਛਾਂ ਆਏ ਉਹ ਬੰਦੇ, ਸਾਨੂੰ ਲੈ ਕੇ ਟੁਰ ਗਏ। ਕੌਣ ਲੈ ਕੇ ਟੁਰ ਗਏ? ਇਹ ਸੀ ਤੇ ਡਿਪਟੀ ਜਿਹੜਾ ਇਹ ਸੀ ਆ, ਉਹ ਜਿਸੇ ਅਸੀਂ ਦੂਈ ਪਏ ਤੇ ਗਏ ਆ 11 ਮਰਬੇ ਤੇ। ਜਦੋਂ ਫਾਇਰਿੰਗ ਹੋਈ ਏ ਉਦੋਂ ਪੁਲਿਸ ਨੇ ਫਾਇਰਿੰਗ ਕਰਨ ਨਾਲ ਨਹੀਂ ਪਕੜਿਆ? ਇੱਕ ਫਦਿਆ ਇਹਨੇ, ਅੱਛਾ ਇੱਕ ਫਦਿਆ ਇਹਨੇ ਤੇ ਦੂਜੇ ਨਸ ਗਏ ਨੇ, ਅੱਛਾ। ਤੇ ਦੂਏ ਥਾਂ ਤੇ ਗਏ ਨੇ ਤੇ ਉੱਥੇ ਜਾ ਕੇ ਤੇ ਉਹ ਬੜੇ ਕੋਈ ਝਗੜਾ ਹੋਇਆ ਹੈ, ਉਹਨਾਂ ਉਸ ਮੁੰਡੇ ਵਿੱਚ ਫਦ ਲੈਣੇ, ਕੁਝ ਵਿੱਚ ਉਹਨਾਂ ਦੇ ਲਿੰਕ ਦੇ ਨਹੀਂ ਫਦਦੇ, ਉਹ ਸਾਡੇ ਲਿੰਕ ਦੇ ਉਹਨਾਂ ਫਦ ਲੈਣੇ। ਤੁਹਾਡੇ ਕਿੰਨੇ ਪਕੜੇ ਗਏ? ਉਹ 2, ਉਹਨਾਂ ਦੇ ਕਿੰਨੇ ਪਕੜੇ ਗਏ? ਉਹਨਾਂ ਦਾ ਇੱਕੋ ਹੀ। ਉਹਨਾਂ ਸਾਨੂੰ ਆਖਿਆ ਜੀ ਆ ਤੁਹਾਡੀ ਪੈਲੀ ਕਿਹੜੀ, ਅਸੀਂ ਕੱਛਣੇ ਆ। ਉਹ ਜਿਸ ਕੱਛਣ ਵਾਲੇ ਆ ਉਹ ਮੈਨੂੰ ਜਾ ਕੇ ਸੱਟਣ ਅਗਾਂ ਪੈਲੀਆਂ ਤੋਂ ਦੂਰ ਦੂਏ, ਅਸੀਂ ਆਖਿਆ ਬਈ ਜੀ ਉਹ ਪਰਲੀ ਪੈਲੀ ਕਿਹੜੀ ਉਹ ਤੈਨੂੰ ਦੇਣੀ ਹੈ, ਤੇ ਉਹਦੇ ਅੱਗੂ ਨਾ ਲੱਗਾ ਮੇਰਾ ਨਾ ਮੇਰਾ ਆਉਣ ਜਾਣ। ਮੈਂ ਆਖਿਆ ਯਾਰ ਬੱਚੀਆਂ ਮਾਸੂਮ ਨੇ ਤੇ ਇਹ ਵੱਡੇ ਰਾਹ ਨਾ ਦੇ ਅਸਰ ਤੇ ਮੈਂ ਕਿਤੇ ਜਾਵਾਂ, ਤਾਂ ਮੇਰਾ ਨੁਕਸਾਨ ਹੈ, ਮੈਨੂੰ ਵੰਡ ਨਾ ਵੰਡ ਦਿਓ। ਜਿਵੇਂ ਮੇਰੀ ਅੱਗੇ ਚੱਲਦੀ ਪਈ ਹੈ ਨਾ ਦੇਰੀ ਫੈਸਲਾ ਹੋਇਆ ਹੈ, ਉਸ ਹਿਸਾਬ ਤੇ ਜਿਹੜੀ ਮੇਰੀ ਪੰਚਾਇਤੀ ਵੰਡ ਪਹਿਲੀ ਹੈ ਉਸ ਦੇ ਮੈਨੂੰ ਕਬਜ਼ਾ ਦਿਓ। ਬਸ ਸਾਡੇ ਬੱਚੇ ਜਿਹੜੇ ਨਾਲ ਆਏ, ਜਿਹੜੇ ਮੈਨੂੰ ਦਫਤ ਦਿੱਤਾ ਹੈ, ਮੈਨੂੰ ਆ ਟਰੈਕਟਰ ਲੱਭਦਾ ਕੋਈ ਨਾ, ਉਸ ਟਰੈਕਟਰ ਦਿੱਤਾ ਹੈ, ਉਹ ਟਰੈਕਟਰ ਦੇਣ ਵਾਲੇ ਦੇ ਉੱਤੇ ਵੀ ਪਰਚਾ, ਉਹਦੇ ਭਰਾ ਤੇ ਵੀ ਪਰਚਾ, ਤੇ ਬਾਹਰ ਵੀ ਪਰਚਾ। ਬਾਹਰ ਕਿਹੜਾ ਪਰਚਾ? ਬਾਹਰ ਦਾ ਬੰਦਾ ਹੈ ਜਿਹੜਾ ਸਾਊਦੀਆ ਬੈਠਾ ਹੈ, ਉਹਦੇ ਤੇ ਪਰਚਾ ਹੋ ਗਿਆ? ਉਹਦੇ ਤੇ ਵੀ ਪਰਚਾ ਹੋ ਉਹਦੇ ਗਿਆ। ਤੇ ਕੀ ਪਰਚਾ ਕੀਤਾ? ਉਹਦੇ ਤੇ ਵੀ ਪਰਚਾ ਜੀ, ਇਹਨਾਂ ਆਖਿਆ ਜੀ ਇਹਦੇ ਕੋਲ ਪਿਸਟਲ ਹੈ ਤੇ ਇਹ ਵੀ ਚਲਾਉਂਦਾ ਰਿਹਾ। ਬਾਹਰੋਂ ਆ ਗਿਆ ਉਸੇ? ਫਰਿਸ਼ਤਾ ਤਾਂ ਕੋਈ ਨਹੀਂ ਨੇ ਬਾਜੀ, ਬਾਹਰੋਂ ਆ ਜਾਂਦਾ। ਅੱਛਾ, ਕਮਿਸ਼ਨਰ ਨੂੰ ਮਿਲੇ ਹੋ ਦੁਬਾਰਾ? ਅਸੀਂ ਇੱਕ ਵਾਰੀ ਮਿਲੇ ਆ ਤੇ ਦੂਈ ਵਾਰੀ ਉਹ ਸਾਡੀ ਗੱਲ ਹੀ ਨਹੀਂ ਸੁਣੀ। ਕੀ ਕਹਿੰਦੇ ਨੇ? ਆਂਦੇ ਨੇ ਜੀ ਇਹ ਤੁਸੀਂ ਫਾਇਰਿੰਗ ਕੀਤੀ ਹੈ। ਕੀ ਮੁਤਾਲਬਾ ਹੈ? ਅਸੀਂ ਜੀ ਉਹਨਾਂ ਨੂੰ ਖੁਸ਼ਾਮਦੀ ਆਏ, ਬਸ ਦੋਨਾਂ ਦੀ ਕਿਹੜੀ ਆ ਨਵੀਂ ਫੋਰਸ ਬਣਾਈ, ਉਹਨਾਂ ਤੇ ਕੱਢਿਆ ਨਾ ਕਾਨੂੰਨ, ਉਸ ਦੇ ਲਾਗੂ ਨਾਲ ਅਸੀਂ ਇਹ ਦਰਖਾਸਤ ਦਿੱਤੀ ਹੈ, ਤੇ ਅੱਗੋਂ ਇਹਨਾਂ ਦਰਖਾਸਤ ਦੇ ਵਿੱਚ ਆਣ ਕੇ ਸਾਡਾ ਕਿਹੜਾ ਤਫਤ ਨਹੀਂ ਕੀਤਾ, ਸਾਨੂੰ ਉਲਟਾ ਜ਼ਲੀਲ ਕਰ ਛੱਡਿਆ ਇਹਨੇ। ਨਾਲੇ ਸਾਨੂੰ ਝਟਕੇ ਮਾਰਨ, ਨਾਲੇ ਆਖਰ ਤੁਸੀਂ ਇੱਥੇ ਬਿਆਨ ਦਿਓ, ਨਾਲੇ ਇੱਥੇ ਵੀਡੀਓ ਬਣਵਾਇਓ ਇਹਨਾਂ ਵਿੱਚ ਜਿਹੜੀ ਤੁਸੀਂ ਅਸੀਂ ਕਬਜ਼ਾ ਦੇ ਛੱਡਿਆ ਤੇ ਵੀਡੀਓ ਬਣਵਾਇਓ। ਉਹ ਸਾਡੀ ਵੀਡੀਓ ਵੀ ਕਿਹੜੀ ਹੈ ਉਹਨਾਂ ਜ਼ਬਰਦਸਤੀ ਬਣਵਾਈ ਹੈ, ਸਾਡਾ ਕੋਈ ਫਾਇਦਾ ਨਹੀਂ ਹੋਇਆ, ਸਾਨੂੰ ਕੋਈ ਮਾਮਲਾ ਫੈਸਲਾ ਆਇਆ ਕਬਜ਼ਾ ਨਹੀਂ ਮਿਲਿਆ। ਅਸੀਂ ਹੁਣ ਅੱਜ ਇੱਥੇ ਸਾਹਿਬ ਕੋਲ ਆਏ ਹਾਂ ਤੇ ਇਹ ਵੀ ਅਜੇ ਗੱਲ ਨਹੀਂ ਪਿਆ ਸੁਣਦਾ, ਤੇ ਉੱਥੇ ਵੀ ਸਾਡੀ ਗੱਲ ਨਹੀਂ ਸੁਣਦੀ, ਉਲਟਾ ਸਾਨੂੰ ਅਸੂ ਧਮਕਾਉਂਦੇ ਨੇ, ਤੇ ਉਹਨਾਂ ਉਹ ਦੁਸ਼ਮਣ ਪਾਰਟੀ ਵੀ ਤੇ ਜੀ ਅਫਸਰ ਵੀ। ਅਫਸਰ ਕਿਹੜੇ? ਇਹ ਸੀ ਤੇ ਡਿਪਟੀ ਵੀ ਇਹੀ ਹੋ ਜਾਂਦੇ ਨੇ, ਬਸ ਤੂੰ ਚੋਰ ਹੈ, ਤੂੰ ਚੋਰ ਹੈ। ਤੇ ਮੈਂ ਆਖਿਆ ਜੇ ਮੈਂ ਚੋਰ ਹੁੰਦਾ ਤੇ ਮੈਂ ਇਹ ਕਬਜ਼ਾ ਹੀ ਨਾ ਹੋਣ ਦਿੰਦਾ। ਕੀ ਕੇਸ ਸੀ ਤੁਹਾਡਾ? ਮੇਰੇ ਜ਼ਮੀਨ ਦਾ ਕੇਸ ਸੀ। ਮੇਰੇ ਸਸੁਰਾਲ ਵਾਲੇ ਮੇਰੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਤੇ 5-6 ਸਾਲ ਤੋਂ ਮੇਰੀ ਪਹਿਲੀ ਵਾਰ ਆਏ ਸਨ। ਕਿੰਨੀ ਜ਼ਮੀਨ ਸੀ? 5 ਕਨਾਲਾਂ 2 ਮਰਲੇ, ਤੇ ਜ਼ਮੀਨ ਮੇਰੀ ਦਾ ਕਬਜ਼ਾ ਨਹੀਂ ਸੀ ਦਿੰਦੇ। ਅਸੀਂ ਇੱਥੇ ਆਣ ਕੇ ਦਰਖਾਸਤ ਦਿੱਤੀ ਸੀ। ਕਿਹਨੂੰ ਦਰਖਾਸਤ ਦਿੱਤੀ ਤੁਸੀਂ? ਡਿਪਟੀ ਕਮਿਸ਼ਨਰ ਨੂੰ, ਤੇ ਅੱਜ ਸਾਡੇ ਹੱਕ 'ਚ ਫੈਸਲਾ ਹੋ ਗਿਆ ਹੈ। ਮੈਂ ਸ਼ੁਕਰੀਆ ਅਦਾ ਕਰਤੀ ਹਾਂ ਮਰੀਮ ਨਵਾਜ਼ ਦਾ। ਕਿੰਨੇ ਸਾਲਾਂ ਤੋਂ ਕਬਜ਼ਾ ਸੀ? 5-6 ਸਾਲ ਤੋਂ ਕਬਜ਼ਾ 5-6 ਸਾਲ ਤੋਂ ਤੁਸੀਂ ਇਸ ਤੋਂ ਪਹਿਲੇ ਨੂੰ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਨੂੰ ਜਾਂ ਮੁਤਲਕਾ ਕਿਸੇ ਮਹਿਕਮੇ ਦੇ ਅਫਸਰ ਜਿਹੜੇ ਨੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ? ਨਹੀਂ ਜੀ, ਪਹਿਲੀ ਦਫਾ ਦਿੱਤੀ ਹੈ? ਹਾਂਜੀ। ਕਿੰਨੇ ਦਿਨ ਲੱਗੇ ਨੇ ਤੁਹਾਡਾ ਫੈਸਲਾ ਹੋਣ 'ਚ? ਮੇਰੇ 6 ਮਹੀਨੇ ਲੱਗ ਗਏ ਨੇ। ਤੁਸੀਂ ਕਿਸੇ ਮਹਿਕਮੇ ਨੂੰ ਪਹਿਲੇ ਦਰਖਾਸਤ ਕਿਉਂ ਨਹੀਂ ਦਿੱਤੀ? ਵਜ੍ਹਾ ਕੀ ਬਣੀ? ਦਰਖਾਸਤ ਥਾਣੇ ਦਿੱਤੀ, ਉਹਨਾਂ ਆਖਿਆ ਤੁਸੀਂ ਦਖਲ ਲਵੋ। ਫਿਰ ਡੀਐਸਪੀ ਨੂੰ ਜਾ ਕੇ ਦਰਖਾਸਤ ਦਿੱਤੀ ਨਨਕਾਣੇ ਸਾਹਿਬ ਉੱਥੇ ਬੁੱਚੇਗੀ, ਉਹਨੇ ਵੀ ਸਾਡੀ ਗੱਲ ਇਹ ਕਰੀ ਇਹਨਾਂ ਦੇ ਸਾਹਮਣੇ ਬਾ ਕੇ, ਉਹਨਾਂ ਆਖਿਆ ਵੀ ਤੁਸੀਂ ਦਖਲ ਲੈ ਲਓ ਤੇ ਫਿਰ ਤੇ ਤੁਹਾਨੂੰ ਜ਼ਮੀਨ ਦਾ ਕਬਜ਼ਾ ਦਿਆਂ ਦੇ। ਅਸੀਂ ਜੀ ਹੁਕਮ ਅੱਲਾ ਦਾ ਹੋਇਆ, ਫਿਰ ਦਖਲ ਲੈਂਦਿਆਂ ਸਾਨੂੰ ਕੁਛ 6-7 ਮਹੀਨੇ ਪੈ ਗਏ। 6-7 ਮਹੀਨਿਆਂ ਦੇ ਵਿੱਚ ਜੀ ਸਾਡਾ ਮਨਜ਼ੂਰ ਹੋਇਆ ਦਖਲ, ਸਾਨੂੰ ਦਖਲ ਮਿਲਿਆ ਹੈ। ਤੇ ਹੁਣ ਅੱਜ ਸਾਡੀ ਇੱਥੇ ਤਰੀਕ ਸੀ, ਉਹਨਾਂ ਆਰਡਰ ਕਰ ਦਿੱਤੇ ਨੇ ਕਬਜ਼ਾ ਤੁਹਾਨੂੰ ਸਵੇਰ ਮਿਲ ਜਾਏ। ਸਾਨੂੰ ਯਕੀਨ ਸੀ ਕਿ ਤੁਹਾਡੀ ਜ਼ਮੀਨ ਤੁਹਾਨੂੰ ਮਿਲੇਗੀ ਜਾਂ ਨਹੀਂ? ਇਨਸ਼ਾਅੱਲਾ ਯਕੀਨ ਸੀ ਸਾਨੂੰ, ਤੇ ਅਸੀਂ ਟੁਰੇ ਹਾਂ। यहाँ पे जो अदालत लगाई जा रही है, इस अदालत का मकसद क्या है? जी ये डिस्प्यूट रेजोल्यूशन कमेटी है जिसके मेंबरान हैं डिप्टी कमिश्नर साहब, डीपीओ साहब, तमाम एसडीपीओज़ और एसी साहिबान। इसका मकसद ये है कि अगर कोई ऐसा एप्लीकेंट है जिसके नाम ज़मीन है पर उसके पास कब्ज़ा नहीं है, तो ये कमेटी उसका मौक़िफ़ सुनती है, उसके डॉक्यूमेंट्स एग्ज़ामिन करती है और मौके पर जाके एसी और एसडीपीओ उनको कब्ज़ा दिलवाते हैं।
दरख्वास्त देने का तरीक़ा कार क्या है? वैसे तो कोई ऐसा ख़ास तरीक़ेकार नहीं बनाया गया, बट क्योंकि चीज़ें ऑर्गेनाइज तरीके से चलें, हमने एक फॉर्मेट बनाया हुआ है डीसी ऑफिस में। उसमें आपने एक सादा दरख्वास्त लिखनी है, साथ आपने अपनी मलकियत का सबूत देना है। वो फ़र्द हो सकती है, रजिस्टर हकदारान ज़मीन की कॉपी हो सकती है, इंतकाल की कॉपी हो सकती है, रजिस्ट्री की कॉपी हो सकती है, लेकिन शर्त ये है कि टाइटल क्लियर होना चाहिए, यानी टाइटल किसी जगह पे डिस्प्यूटेड ना हो। वो आपने अटैच करनी है, साथ अपना शनाख्ती कार्ड देना है, अपने डॉक्यूमेंट्स अटेस्ट करने हैं और सिंपल एक एप्लीकेशन डीसी ऑफिस में सबमिट करवानी। कितने दिनों का प्रोसेस होता है कि उनको साइलिन को इंसाफ मिल सके? कानून के अंदर 90 दिन के अंदर अंदर साइलिन को इंसाफ दिलाने की पाबंद है ये कमेटी। कितने केस आ चुके हैं, कितने हल हो चुके हैं, इस हवाले से? 101 से ज़ायद केसेस आ चुके हैं ज़िला ननकाना में। इसमें तकरीबन 46 से ज़ायद केसेस पे फ़ैसला हो चुका है। 30 से ज़ायद केसेस में कब्ज़ा हैंड ओवर हो चुका है। ये माहाना या हफ्ते में कितनी दफ़ा आप कमेटी जो है उसका इजलास तलब होता है? फ़िलहाल तो हम हफ्ते में 2 दफ़ा इसका इजलास तलब कर रहे हैं, लेकिन हम कोशिश करेंगे कि 90 दिन में हमारे पास जितने भी केसेस हैं उनका डिस्पोजल हो जाए। उसकी रिक्वायरमेंट के मुताबिक जितनी भी मीटिंग्स करनी पड़ी वो करेंगे हम। अब तक ये कब्ज़ा माफिया जो था उनको लगाम नहीं डाली गई और अचानक से ये फटाफट जो है एक तरफ दरख्वास्त आ रही है और दूसरी जानिब उनको कब्ज़ा मिल रहा है। ये जो कब्ज़ों के इश्यूज़ हैं ये इतने सिंपल नहीं होते। अक्सर लोगों की लिटिगेशन चल रही होती है डिफरेंट कोर्ट्स में, फिर लोगों में अवेयरनेस नहीं होती, वो जाते हैं और उनके किसी रिप्रेजेंटेटिव के थ्रू कोर्ट में जाते हैं, जैसे वकीलों के थ्रू। इधर क्लैरिटी ये है कि लोग खुद आ रहे हैं पर्सनली और जो अपोजिट पार्टी है वो भी उधर मौजूद है। और इस कानून में ऐसी प्रोविजंस हैं जैसे अगर कोई नहीं आ रहा या कमेटी की बात नहीं मान रहा तो उसकी प्रॉपर्टी सील हो सकती है। तो इस तरह की जो प्रोविजंस हैं वो किसी और कानून में नहीं। सख्त आर्डर है। अब जो ये कानून है इसके अंदर क्लियरली लिखा है कि ये ओवर राइडिंग लॉ है। दूसरा, इसमें जो ओनर्स ऑफ प्रूफ है नॉर्मली बाकी कवानीन में वो एप्लीकेंट के ऊपर होता है, उसने साबित करना होता है कि कब्ज़ा गैर कानूनी। इस केस में रिस्पोंडेंट के ऊपर है ओनर्स ऑफ प्रूफ, वो बताएगा कि मेरे कब्ज़ा क्यों कानूनी है। तो इसलिए ये लॉ थोड़ा स्ट्रिक्ट है, इसलिए इसकी इम्प्लीमेंटेशन बेहतर हो। कार है कब्ज़ा छुड़वाने का? जो एसी साहिबा हैं वो और जो मुतलका एसडीपीओ है वो मौके पे जाते हैं, कब्ज़ा छुड़वाते हैं। सब बताइएगा, जो कब्ज़ा माफिया ग्रुप जो है जो कब्ज़ा करते हैं ज़मीनों पे, चूँकि कमेटी भी हफ्ते में 2 दिन केस सुनती है, उस हवाले से क्या कहना चाहेंगे? क्या तरीक़ेकार है जो कब्ज़ा जिन्होंने किया है ज़मीनें छुड़वाने का, पैरा फोर्स जो है उनका क्या किरदार है? मुझे डीसी साहब ने मेंबर इसका नामज़द किया है। पीरा फोर्स जो है इस डिस्प्यूट रेजोल्यूशंस कमेटी के डिसीजंस को इम्प्लीमेंट करवाती है उनकी डायरेक्शंस पे, और पीरा के अपने मैंडेट के तहत हम जो भी कब्ज़ा होता है उसको हम अपने जो हियरिंग ऑफिसर है असिस्टेंट कमिश्नर उसके साथ मिलके हम बड़े अच्छे तरीके से और अच्छे एनवायरनमेंट में जो असल मालिकान है उन तक वो हम ज़मीन उनको वापस करवाते हैं। जो ज़मीन वापस नहीं करते, आपके पास क्या इख्तियार आते हैं? कौन कौन सी कानूनी कार्रवाई उनके खिलाफ करते हैं? जी देखें, अगर कार्य सरकार में अगर कोई मुदाखलत करेगा तो हमारे पास बहुत सारे इख्तियारात हैं। हम उनको अरेस्ट भी कर सकते हैं, उनको जेल भी दे सकते हैं, और इस कानून के मुताबिक जो है ना वो 10 साल कैद भी है और जो है ना वो जुर्माना भी है जो कि 1 लाख से ज़्यादा है। अपनी जेल आपकी जो है आपके इदारे की है, अलहदा है? पैरा फोर्स जो इन्फोर्समेंट स्टेशन है उसकी एक अपनी जेल है। हमारे पास इख्तियारात हैं, उस पे पर्चा के बच्चे के भी इख्तियारात हैं, चीज़ें बेहतर अंदाज में उसको एग्जीक्यूट करते हैं।